ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ, ਜਿਹਨੇ ਕਾਫੀ ਸਮੇਂ ਤੋਂ ਬਾਅਦ ਆਪ ਸਭ ਦੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚ ਰੂਬਰੂ ਹੋਣ ਦਾ ਬਲ ਬਖਸ਼ਿਆ। ਔਰ ਆਪ ਸਭ ਦੀਆਂ ਪ੍ਰਾਰਥਨਾ ਦੇ ਰਾਹੀਂ ਮੈਂ ਪ੍ਰਭੂ ਦੇ ਇਸ ਵਚਨ ਦੇ ਨਾਲ ਆਪ ਦੇ ਸਨਮੁਖ ਆਪ ਦੇ ਨਾਲ ਰੂਬਰੂ ਹੋ ਸਕਿਆ। ਇਸ ਦੇ ਲਈ ਮੈਂ ਪ੍ਰਭੂ ਦਾ ਅਤੇ ਆਪ ਸਭ ਦੀ ਪ੍ਰਾਰਥਨਾ ਕਰਦਾ। ਔਰ ਮੈਂ ਇਹ ਵੀ ਸਮਝਦਾ ਹਾਂ ਕਿ ਤੁਸੀਂ ਅੱਜ ਵੀ ਸਾਡੇ ਲਈ ਇਸ ਜੋ ਸੇਵਾ ਪ੍ਰਭੂ ਨੇ ਸਾਨੂੰ ਦਿੱਤੀ ਹੈ ਉਸ ਦੇ ਲਈ ਤੁਸੀਂ ਪ੍ਰਾਰਥਨਾ ਕਰਦੇ ਹੋ। ਔਰ ਉਸੇ ਦੇ ਸਦਕੇ ਅਸੀਂ ਅੱਜ ਫਿਰ ਮੁੜ ਉਸ ਵਚਨ ਦੇ ਨੇੜੇ ਆਏ ਹਾਂ ਜਿਹੜਾ ਤੁਸੀਂ ਅਤੇ ਮੈਂ ਪਰਮੇਸ਼ਰ ਦੇ ਕੋਲੋਂ ਪੁੱਛਦਾ। ਇਸ ਤੋਂ ਪਹਿਲਾਂ ਕਿ ਅਸੀਂ ਵਚਨ ਦੇ ਵਿੱਚ ਜਾਈਏ, ਅਸੀਂ ਪ੍ਰਾਰਥਨਾ ਵਿੱਚ ਜਾਈਏ। ਜੀਵਿਤ ਅਨੁਗ੍ਰਹਕਾਰੀ ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮ ਪਰਮੇਸ਼ਰ, ਤੇਰਾ ਧੰਨਵਾਦ ਹੈ ਜੋ ਤੂੰ ਸਾਨੂੰ ਨਿਤ ਪ੍ਰਤੀ ਦਿਨ ਇੱਕ ਚੰਗੇ ਅਤੇ ਪਰਮੇਸ਼ਰ ਸਾਡੇ ਸਰੀਰ ਦੀ ਪਰਮੇਸ਼ਰ ਤਗੜਾਈ ਦੇ ਲਈ, ਚੰਗਾਈ ਦੇ ਲਈ ਨਿਤ ਪ੍ਰਤੀ ਦਿਨ ਆਪਣੇ ਵਚਨ ਦਾ ਭੋਜਨ ਦੇ ਕੇ ਸਾਨੂੰ ਆਪਣੀ ਜਿਉਂਦੀ ਆਸ ਵਿੱਚ ਲੈ ਕੇ ਜਾਂਦਾ ਹੈ। ਅਸੀਂ ਜਦੋਂ ਤੇਰੇ ਇਸ ਵਚਨ ਨੂੰ ਪੜ੍ਹਦੇ ਹਾਂ ਤਾਂ ਇਸ ਨੂੰ ਸਮਝਣ ਅਤੇ ਇਸ ਦਾ ਵਿਕਾਸਵਾ ਕਰਨ ਦੇ ਵਿੱਚ ਸਾਡੀ ਮਦਦ ਕਰੇ। ਔਰ ਜਿੰਨੇ ਭਾਈ ਭੈਣ ਇਸ ਦੇ ਵਿੱਚ ਸੁਣਦੇ ਆ, ਉਸ ਸ਼ਮਲਿਤ ਹੁੰਦੇ ਆ, ਉਹਨਾਂ ਦੀ ਵੀ ਮਦਦ ਕਰੇ ਤਾਂ ਕਿ ਤੇਰੇ ਨਾਮ ਦੀ ਵਡਿਆਈ, ਤੇਰੇ ਨਾਮ ਦੀ ਉਸਤਤ ਸਾਡੇ ਜੀਵਨ ਦੇ ਵਿੱਚ ਹੋਰ ਵੀ ਅਧਿਕਾਰੀ ਦੇ ਨਾਲ ਹੋ ਸਕੇ। ਇਹ ਸਭੋਂ ਕੁਝ ਅਸੀਂ ਤੇਰੇ ਹੱਥਾਂ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਤੋਂ ਪਿਆਰੇ ਅਜ਼ੀਜ਼, ਅੱਜ ਦੇ ਜੋ ਮਨਨ ਦਾ ਮੈਂ ਭਾਗ ਲਿਆ ਹੈ ਵਚਨ ਦਾ, ਉਹ ਹੈ ਫਿਲਿੱਪੀਆਂ ਦੀ ਪੁਸਤਕ, ਉਸ ਦਾ 3 ਅਧਿਆਇ, ਉਸ ਦੀ 14 ਆਇਤਾਂ ਦੇ ਵਿੱਚੋਂ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਨਿਸ਼ਾਨੇ ਵੱਲ ਦੱਬੀ ਭੱਜਾ ਜਾਣਾ ਹਾਂ, ਭਾਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ। ਮੈਂ ਜਦੋਂ ਇਸ ਦਾ ਮਨਨ ਕਰ ਰਿਹਾ ਸਾਂ ਤਦ ਮੇਰਾ ਧਿਆਨ ਪੌਲਸ ਦੇ ਲਿਖੇ ਹੋਏ ਉਸ ਵਚਨ ਵੱਲ ਆਇਆ, ਨਿਸ਼ਾਨੇ ਵੱਲ ਦੱਬੀ ਜਾਣਾ। ਅਸੀਂ ਨਿਸ਼ਾਨੇ ਨੂੰ ਕੀ ਸਮਝਦੇ ਹਾਂ? ਸਾਡੇ ਜੀਵਨ ਦੇ ਵਿੱਚ ਜੋ ਨਿਸ਼ਾਨਾ ਸ਼ਬਦ ਹੈ ਉਸ ਦਾ ਕੀ ਤਾਤਪਰਯ ਹੈ, ਕੀ ਅਰਥ ਹੈ? ਨਿਸ਼ਾਨੇ ਦਾ ਮਤਲਬ ਹੁੰਦਾ ਹੈ ਸਾਨੂੰ ਕੋਈ ਇਹੋ ਜਿਹਾ ਸਥਾਨ ਦੇ ਦਿੱਤਾ ਗਿਆ ਹੈ ਜਿੱਥੇ ਜਾ ਕੇ ਮੈਂ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਹੱਲ ਕਰਨਾ ਹੈ। ਮੈਂ ਆਪਣੀ ਜ਼ਿੰਦਗੀ ਦੇ ਉਸ ਪੜਾਵ ਦੇ ਵਿੱਚ ਪਹੁੰਚ ਕੇ ਇੱਕ ਵਿਸ਼ਰਾਮ ਜਾਂ ਇੱਕ ਇਨਾਮ ਪ੍ਰਾਪਤ ਕਰਨਾ ਹੈ। ਮੈਨੂੰ ਉਹ ਨਿਸ਼ਾਨਾ, ਮੈਨੂੰ ਉਹ ਟਾਰਗੇਟ ਮਿਲਿਆ ਹੈ। ਖਾਸ ਕਰਕੇ ਜਦੋਂ ਪੌਲਸ ਇਹ ਪੱਤਰੀ ਲਿਖ ਰਿਹਾ ਹੈ, ਇਹ ਵਿਸ਼ਵਾਸੀਆਂ ਦੇ ਲਈ ਲਿਖ ਰਿਹਾ, ਔਰ ਇਹ ਉਸ ਸਮੇਂ ਲਿਖੀ ਜਾ ਰਹੀ ਹੈ ਜਦੋਂ ਪੌਲਸ ਜੇਲ੍ਹ ਦੇ ਵਿੱਚ ਹੈ, ਜੇਲ੍ਹ ਦੀਆਂ ਪਰਿਸਥਿਤੀਆਂ ਦੇ ਵਿੱਚ ਹੈ। ਇਹੋ ਜਿਹੀਆਂ ਪਰਿਸਥਿਤੀਆਂ ਦੇ ਵਿੱਚ ਜਿੱਥੇ ਵਿਅਕਤੀ ਦੀ ਆਪਣੀ ਕੋਈ ਮਰਜ਼ੀ ਨਹੀਂ ਹੋ ਸਕਦੀ, ਜਿੱਥੇ ਵਿਅਕਤੀ ਦੀ ਕੋਈ ਆਪਣੀ ਮਨਸ਼ਾ ਨਹੀਂ ਹੋ ਸਕਦੀ ਹੈ ਕਿਉਂਕਿ ਉਹ ਜੇਲ੍ਹ ਦੇ ਵਿੱਚ ਹੈ। ਪਰ ਪੌਲਸ ਉਸ ਜੇਲ੍ਹ ਦੇ ਵਿੱਚ ਵੀ ਆਪਣੇ ਉਸ ਨਿਸ਼ਾਨੇ ਦੀ ਗੱਲ ਕਰ ਰਿਹਾ ਹੈ। ਇਸ ਦਾ ਅਰਥ ਇੱਕ ਬਹੁਤ ਵੱਡਾ ਅਰਥ ਹੈ। ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਹ ਸਮਝਣਾ ਪਵੇਗਾ। ਬਹੁਤ ਸਾਰੇ ਲੋਕ, ਮੈਂ ਕਹਿੰਦਾ ਹਾਂ ਕਿ ਹਰ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਇੱਕ ਟਾਰਗੇਟ, ਇੱਕ ਨਿਸ਼ਾਨਾ ਦਿੱਤਾ ਹੋਇਆ ਹੈ, ਪਰ ਉਹ ਕਿਸ ਤਰ੍ਹਾਂ ਦੌੜ ਰਿਹਾ ਹੈ, ਉਹ ਕਿਸ ਤਰ੍ਹਾਂ ਉਸ ਦੌੜ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਮੈਂ ਨਹੀਂ ਜਾਣਦਾ। ਪਰ ਮੈਂ ਜਾਣਦਾ ਹਾਂ ਕਿਉਂਕਿ ਮੈਂ ਦੌੜ ਰਿਹਾ। ਬਾਈਬਲ ਦੇ ਜਦੋਂ ਇਸ ਖੰਡ ਨੂੰ ਮੈਂ ਪੜ੍ਹ ਰਿਹਾ ਸੀ ਤਾਂ ਉਹਨਾਂ ਪਰਿਸਥਿਤੀਆਂ ਨੂੰ ਮੈਂ ਅੱਜ ਵੀ ਲੈ ਕੇ ਆ ਰਿਹਾ। ਸਾਡੇ ਸਾਹਮਣੇ ਪਰਮੇਸ਼ਰ ਪੁੱਤਰ
ਦੇ ਰਾਹੀਂ ਇੱਕ ਟਾਰਗੇਟ ਸਾਨੂੰ ਮਿਲਿਆ ਹੈ ਕਿ ਜਦ ਤੱਕ ਉਹ ਆ ਨਾ ਜਾਵੇ ਇਸ ਧਰਤੀ ਦੇ ਵਿੱਚ ਅਸੀਂ ਵਫਾਦਾਰੀ ਦੇ ਨਾਲ ਪਵਿੱਤਰਤਾਈ ਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਦੇ ਹੋਏ ਉਸ ਸਮੇਂ ਤੱਕ ਭਜਦੇ ਜਾਈਏ ਜਦ ਤੱਕ ਉਹ ਆ ਨਾ ਜਾਵੇ। ਔਰ ਇਹਦੇ ਵਿੱਚ ਕੋਈ ਵੀ ਵਾਅਦਾ ਮੇਰੇ ਵਿੱਚ ਆਉਣੀ ਨਹੀਂ ਚਾਹੀਦੀ, ਮੇਰੇ ਅਤੇ ਪਰਮੇਸ਼ਰ ਦੇ ਵਿੱਚ। ਮੈਂ ਸਮਝਦਾ ਹਾਂ ਇਸ ਦਾ ਸਭ ਤੋਂ ਅੱਛਾ ਐਗਜ਼ਾਮਪਲ ਰੋਡ ਦੇ ਨਾਲੋਂ ਇੱਕ ਟ੍ਰੇਨ ਦਾ ਹੈ। ਟ੍ਰੇਨ ਦਾ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਦਾ ਮਕਸਦ ਹੁੰਦਾ ਹੈ ਉਹ ਕਿਤੇ ਵੀ ਆਪਣਾ ਨਾ ਇੱਧਰ ਜਾਂਦੀ ਹੈ ਨਾ ਸੱਜੇ ਜਾਂਦੀ ਹੈ, ਉਹ ਸਿੱਧੀ ਉਸ ਵੇ ਦੇ ਵਿੱਚ ਜਾਂਦੀ ਹੈ ਜਿੱਥੇ ਸਟੇਸ਼ਨ ਹੈ ਔਰ ਉਸ ਜਗ੍ਹਾ ਦੇ ਉੱਤੇ ਪਹੁੰਚਦੀ ਹੈ ਔਰ ਆਪਣੇ ਮਕਸਦ ਨੂੰ ਹੱਲ ਕਰਦੀ ਹੈ। ਇੱਕ ਵਿਸ਼ਵਾਸੀ ਦੇ ਜੀਵਨ ਦਾ ਰਸਤਾ ਵੀ ਉਸ ਪਟੜੀ ਦੀ ਤਰ੍ਹਾਂ ਸਿੱਧਾ ਹੋਣਾ ਚਾਹੀਦਾ ਔਰ ਉਹ ਪਟੜੀ ਦਾ ਸਿੱਧਾ ਰਸਤਾ ਸਭ ਤੋਂ ਪਹਿਲਾਂ ਵਿਸ਼ਵਾਸ ਦੇ ਵਿੱਚ ਆਉਂਦਾ ਹੈ। ਕਹਿੰਦਾ ਹੈ ਤੁਹਾਡਾ ਵਿਸ਼ਵਾਸ ਇਸ ਸੰਸਾਰ ਅਤੇ ਸੰਸਾਰ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਡਾਵਾਡੋਲ ਨਹੀਂ ਹੋਣਾ ਚਾਹੀਦਾ। ਲੋਕ ਅੱਜ ਬਿਮਾਰੀ ਦੇ ਕਾਰਨ ਜਾਂ ਆਪਣਾ ਇਸ ਮਹਾਮਾਰੀ ਦੇ ਕਾਰਨ ਆਪਣੇ ਨਿਸ਼ਾਨੇ ਦੇ ਟੀਚੇ ਤੋਂ ਖੁੰਝ ਰਹੇ ਆ। ਕੋਈ ਆਪਣੇ ਰਿਸ਼ਤੇਦਾਰਾਂ ਤੋਂ ਖੁੰਝ ਰਿਹਾ ਹੈ, ਕੋਈ ਸਮਾਜ ਦੀਆਂ ਗਤੀਵਿਧੀਆਂ ਤੋਂ ਖੁੰਝ ਰਿਹਾ ਹੈ, ਕੋਈ ਸੰਕਟ ਅਤੇ ਕਲੇਸ਼ ਤੋਂ ਖੁੰਝ ਰਿਹਾ। ਉਹ ਆਪਣੇ ਨਿਸ਼ਾਨੇ ਤੋਂ ਭਟਕ ਰਹੇ ਆ। ਵਿਸ਼ਵਾਸੀ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਇੱਕ ਨਿਸ਼ਾਨਾ ਦਿੱਤਾ ਹੋਇਆ ਹੈ। ਉਸ ਨਿਸ਼ਾਨੇ ਦੇ ਵਿੱਚ ਜਦੋਂ ਅਸੀਂ ਚੱਲ ਪੈਂਦੇ ਹਾਂ ਤਾਂ ਪਰਮੇਸ਼ਵਰ ਦੀ ਬਲੈਸਿੰਗ ਸਾਡੇ ਜੀਵਨ ਦੇ ਵਿੱਚ ਹੈ। ਜਦੋਂ ਅਬਰਾਹਮ ਨੂੰ ਪਰਮੇਸ਼ਵਰ ਨੇ ਬੁਲਾਇਆ ਤਾਂ ਅਸੀਂ ਇਹ ਵੇਖਦੇ ਹਾਂ ਕਿ ਉਹ ਵਿਸ਼ਵਾਸ ਦੇ ਨਾਲ ਚੱਲ ਪਿਆ। ਉਸਨੇ ਇਹ ਨਹੀਂ ਦੇਖਿਆ ਕਿ ਮੈਂ ਮਰੂਸਥਲ ਦੇ ਵਿੱਚ ਹੋ ਕੇ ਜਾਵਾਂਗਾ ਜਾਂ ਮੈਂ ਝਾੜ ਬੂਝਿਆਂ ਦੇ ਵਿੱਚ ਹੋ ਕੇ ਜਾਵਾਂਗਾ ਜਾਂ ਮੈਂ ਫਾਕਿਆਂ ਦੇ ਵਿੱਚ ਜਾ ਕੇ ਜਾਵਾਂਗਾ। ਮੈਂ ਕਿਸ ਤਰ੍ਹਾਂ ਉਸਨੇ ਦੇਖਿਆ ਕਿ ਜਿਸ ਨੇ ਮੈਨੂੰ ਬੁਲਾਇਆ ਹੈ, ਜਿਸ ਨੇ ਮੈਨੂੰ ਉਸ ਸਥਾਨ ਦੇ ਵਿੱਚ ਲਿਜਾਣ ਦੇ ਲਈ ਮੈਨੂੰ ਆਪਣਾ ਦਰਸ਼ਨ ਦਿੱਤਾ ਹੈ, ਉਹ ਸਰਵ ਵਿਆਪੀ ਅਤੇ ਸਰਵੱਗੇ ਪਰਮੇਸ਼ਰ ਹੈ। ਜਿਸ ਨੇ ਮੇਰੇ ਅਤੇ ਆਪ ਦੇ ਨਾਲ ਵਾਅਦਾ ਕੀਤਾ ਹੈ ਕਿ ਮੈਂ ਤੈਨੂੰ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ, ਮੈਂ ਤੁਹਾਡਾ ਪਰਮੇਸ਼ਰ ਜੋ ਹਾਂ। ਮੇਰਾ ਨਿਸ਼ਾਨਾ ਪ੍ਰਭੂ ਯਿਸੂ ਮਸੀਹ ਹੈ। ਪੌਲਸ ਕਲੀਅਰ ਕਰ ਰਿਹਾ ਹੈ ਕਿ ਅਸੀਂ ਉਸ ਨਿਸ਼ਾਨੇ ਨੂੰ ਨਿਤ ਪ੍ਰਤੀ ਦਿਨ ਦੇਖ ਕੇ ਆਪਣੀ ਦੌੜ ਦੇ ਵਿੱਚ ਦੌੜ ਰਹੇ ਹਾਂ। ਪੌਲਸ ਕਹਿੰਦਾ ਮੈਂ ਮੈਂ ਦੌੜ ਰਿਹਾ, ਮੈਂ ਉਸ ਰਾਸਤੇ ਦੇ ਵਿੱਚ ਦੌੜ ਰਿਹਾ। ਉਹ ਰਾਸਤੇ ਤੋਂ ਨਾ ਮੈਂ ਕਦੇ ਸੱਜੇ ਹੁੰਦਾ ਨਾ ਕਦੇ ਮੈਂ ਖੱਬੇ ਹੁੰਦਾ, ਮੈਂ ਸਿੱਧਾ ਦੌੜਾ ਚਲਿਆ ਜਾ ਰਿਹਾ। ਮੇਰੇ ਪਿਆਰੇ ਅਜ਼ੀਜ਼, ਸਭ ਤੋਂ ਪਹਿਲੀ ਗੱਲ, ਜੇ ਨਿਸ਼ਾਨੇ ਦੇ ਵਿੱਚ ਤੁਹਾਡਾ ਵਿਸ਼ਵਾਸ ਕਮਜ਼ੋਰ ਹੈ ਤਾਂ ਕਦੇ ਤੁਸੀਂ ਮੰਜ਼ਿਲ ਦੇ ਉੱਤੇ ਨਹੀਂ ਪਹੁੰਚ ਸਕਦੇ, ਕਦੇ ਤੁਸੀਂ ਉਸ ਨੂੰ ਹਾਸਲ ਨਹੀਂ ਕਰ ਸਕਦੇ। ਮੈਂ ਆਪ ਨੂੰ ਇੱਕ ਉਦਾਹਰਣ ਦੱਸਾਂਗਾ। ਮੋਸਸ ਨੂੰ ਪਰਮੇਸ਼ਵਰ ਨੇ ਜ਼ਿੰਮੇਵਾਰੀ ਦਿੱਤੀ ਇਸਰਾਇਲ ਨੂੰ ਉਸ ਸਥਾਨ ਦੇ ਵਿੱਚ ਲੈ ਕੇ ਜਾਣ ਦੀ। ਮੋਸਸ ਚੱਲਿਆ ਆਪਣੇ ਪਰਿਵਾਰ ਦੇ ਨਾਲ, ਆਪਣੇ ਕੁਲਬੇ ਦੇ ਨਾਲ, ਪਰ ਪਰਮੇਸ਼ਵਰ ਦੇ ਰਾਸਤੇ ਦੇ ਵਿੱਚ ਚੱਲਦੇ ਚੱਲਦੇ ਉਸ ਨੇ ਪਰਮੇਸ਼ਵਰ ਨੂੰ ਇੱਕ ਜਗ੍ਹਾ ਦੇ ਉੱਤੇ ਇੱਕ ਹੁਕਮ ਦੇ ਨਾਲ ਉਸ ਨੇ ਉਸ ਨੂੰ ਨੀਵਾਂ ਕੀਤਾ। ਪਰਮੇਸ਼ਵਰ ਨੇ ਉਸ ਨੂੰ ਉਸ ਜਗ੍ਹਾ ਦੇ ਉੱਤੇ ਜਾਣ ਨਹੀਂ ਦਿੱਤਾ ਕਿਉਂਕਿ ਉਹ ਆਪਣੇ ਨਿਸ਼ਾਨੇ ਤੋਂ ਭਟਕ ਗਿਆ। ਉਹ ਪਰਮੇਸ਼ਵਰ ਦੇ ਮਗਰ ਨਹੀਂ ਤੁਰਿਆ, ਲੋਕਾਂ ਦੇ ਪਿੱਛੇ ਚੱਲ ਕੇ ਉਸ ਨੇ ਆਪਣੇ ਪਰਮੇਸ਼ਵਰ ਨੂੰ ਨੀਵਾਂ ਕਰ ਦਿੱਤਾ। ਮੇਰੇ ਪਿਆਰੇ ਅਜ਼ੀਜ਼, ਪਰਿਸਥਿਤੀਆਂ ਭਾਵੇਂ ਹੁਣ ਕਿਹੋ ਜੀਆਂ ਵੀ ਹੋਣ, ਭਾਵੇਂ ਅਸੀਂ ਕਿਹੋ ਜਿਹੀਆਂ ਹਾਲਾਤਾਂ ਦੇ ਵਿੱਚ ਵੀ ਹੋਣ, ਮਹਾਮਾਰੀ ਤੋਂ ਮਹਾਮਾਰੀ ਹੋਵੇ, ਫਸਟ ਸੈਸ਼ਨ ਹੋਵੇ, ਸੈਕੰਡ ਹੋਵੇ, ਥਰਡ ਹੋਵੇ, ਫੋਰਥ ਹੋਵੇ, ਇਹ ਚਾਹੇ ਕਿੰਨੇ ਵੀ ਆਪਣਾ ਇਸ ਮਹਾਮਾਰੀ ਦੇ ਸਾਡੇ ਵਿੱਚ ਪ੍ਰਕੋਪ ਆ ਜਾਣ, ਪਰ ਮੇਰਾ ਨਿਸ਼ਾਨਾ ਕਦੇ ਓਝਲ ਨਹੀਂ ਹੋਣਾ ਚਾਹੀਦਾ। ਮੈਂ ਉਸ ਨਿਸ਼ਾਨੇ ਦੇ ਵਿੱਚ ਸਥਿਰ ਹੋਣਾ ਚਾਹੀਦਾ ਜਿਸ ਤਰ੍ਹਾਂ ਪੌਲਸ ਉਸ ਨਿਸ਼ਾਨੇ ਦੇ ਵਿੱਚ ਆਪਣੇ ਆਪ ਨੂੰ ਅਣਖੀ ਬਣਾ ਕੇ ਰੱਖਿਆ। ਔਰ ਉਹ ਇਸ ਗੱਲ ਨੂੰ ਬੜੇ ਸਪਸ਼ਟ ਤੌਰ ਤੇ ਕਹਿੰਦਾ ਹੈ ਕਿ ਮੈਂ ਉਸ ਨਿਸ਼ਾਨੇ ਵੱਲ ਦੱਬੀ ਜਾਣਾ ਹਾਂ, ਭਾਈ ਉੱਪਰਲੇ ਸੱਦੇ ਦਾ ਇਨਾਮ ਪ੍ਰਾਪਤ ਕਰਾਂ। ਵੰਡਰਫੁਲ ਥਿੰਗਸ, ਕਿੰਨੀ ਅਦਭੁਤ ਵਿਚਾਰ ਹੈ। ਅੱਜ ਸਾਡੇ ਵਿੱਚ ਇਹ ਵਿਚਾਰ
नहीं आ रहे, ਅਸੀਂ ਕਿਸੇ ਨੂੰ ਮਰਦਾ ਦੇਖ ਰਹੇ। ਮੈਂ ਸਮਝਦਾ ਹਾਂ ਕਿ ਇਸ ਸਮੇਂ ਕਈ ਆਪਣੇ ਪਿਆਰੇ ਅਜ਼ੀਜ਼ ਆਪਣੇ ਪਿਆਰੇ ਅਜ਼ੀਜ਼ਾਂ ਨੂੰ ਖੋ ਚੁੱਕੇ ਹੈ, ਕਈ ਬੱਚੇ ਅਨਾਥ ਹੋ ਚੁੱਕੇ ਹੈ, ਕਈਆਂ ਦੇ ਆਪਣਾ ਹਸਬੈਂਡ ਗੁਜ਼ਰ ਗਏ, ਉਹ ਵਿਡੋ ਹੋ ਚੁੱਕੇ ਹੈ, ਕਈਆਂ ਦੀਆਂ ਆਪਣਾ ਵਾਈਫ ਆਪਣਾ ਚਲੇ ਗਏ ਹੈ, ਲੇਕਿਨ ਉਹਨਾਂ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਚੁੱਕੀ ਹੈ। ਬਹੁਤ ਸਾਰੇ ਹਾਲਾਤ ਸਾਡੇ ਸਾਹਮਣੇ, ਕੀ ਅਸੀਂ ਉਸ ਨਿਸ਼ਾਨੇ ਤੋਂ ਭਟਕ ਚੁੱਕੇ ਹਾਂ? मेरे प्यारे अजीज, परमेश्वर ने एक गल कही है। सैकंड मैं आपनू दस रहा, पहली गल विश्वास, सैकंड मेरी अते परमेश्वर की फैलोशिप संगति कदे खत्म नहीं। वो चाहता है चाहे हालात किस तरह के भी होण, तुसी मेरे नाल संगत करो। जिवें दाऊद कहता है अपने जबूर दे विच, परमेश्वर मैं भोर नूं तैनू लोचदा हाँ, मैं लोचदा हाँ कि कदों भोर होवे तो मैं तैनू जा मिला। मेरा प्रभु जदों तक इस दुनिया दे विच सी, वो हमेशा भोर नूं उठ के परमेश्वर दे नाल अपनी संगत करदा सी। कि अज साडे इस निशाने दे विच दूसरा पड़ाव है, मेरे विच परमेश्वर दी संगत है कि मैं परमेश्वर की संगत अपने लोगों के नाल कर रहा हाँ? जे प्यारो संगत नहीं है तो जरूर मैं निशाने तो भटक रहा। विश्वास मैनू संगत के नाल जोड़ दिंदा है, विश्वास मैनू परमेश्वर के नाल मिला दिंदा है, विश्वास मैनू परमेश्वर के नाल वार्तालाप करन दे लई बल दिंदा है कि मैं अपने जीवन दे विच संगत ही कर रहा, मैं संगत विच जा रहा हाँ, कि मैं अपने लोगों के नाल किसी भी माध्यम के राही परमेश्वर के नाल संगत कर रहा। जदों मैं संगत करता हाँ तो मैं अपनी गल करदा, मैं डाढा प्रफुल्लित हो जाता। क्यों? क्योंकि परमेश्वर के नाल मेरा मेल होता है। बाइबल दे विच लिखिया, बोलण वाले तुसी नहीं मेरा वचन है। जदों असीं संगत दे विच जांदे हाँ तो परमेश्वर की उस आवाज़ को सुनते हाँ तो साडी आपो विच संगत होती। कितनी अद्भुत गल है। पौलुस उस गल तो कदे पिछे हटिया नहीं, उस टिचे तो कदे पिछे हटिया नहीं। पौलुस उस दौड़, उस इनाम नूं प्राप्त करन जिहड़ा उपरला है, ये धरती दे जिहड़े अपना साडे निशाने हैं, ये मिट जाने आ, फना हो जाने, इहदा सानू कोई हिसाब नहीं मिलना। सानू हिसाब जो मिलना है इन बलीवर जिन्हां दी गल पौलुस इत्थे कर रहा है, उपरले सदे दे विच मसीह यसू तो मैनू अते आप नूं मिलना है। और वह भी पौलुस दसदा है, जदों असीं दूसरा तीमुथियुस उसका 4 अध्याय उसदी मैं आप दे लिए 7-8 आयत पढ़ रहा हाँ। इत्थे लिखा है, मैं अच्छी कुश्ती लड़ चुका हाँ, मैं अपनी दौड़ पूरी कर ली है, मैं विश्वास की रखवाली की। देखो की कह रहा, विश्वास की रखवाली की। वंडरफुल। पौलुस किना किना हालात हैं। अगर तुसी दूसरा कुरिन्थियां उस दे 12 अध्याय दे विच तुसी जाके पौलुस के जीवन के बारे पढ़ोगे, दूसरा कुरिन्थियां दे विच, तां तुसी सचमुच जान लोगे कि पौलुस किना किना हालातां दे विच होके निकलिया। मैं आपनू इस गल दे बारे साफ रीति नाल दस दवांगा। 11 अध्याय दे विच जदों असी उस दा 21 तो लैके 29 आयत तक पढ़ते हाँ तो साफ रीति नाल दसदा कि मैं किहड़े किहड़े हालातां दे विचों होके निकलिया, पर मैं कदे अपने निशाने तो भटकिया नहीं। मैं समझदा हाँ जदों साडे विश्वासी भाई भैणां दे विचों कोई उन्हां दा प्यारा इस समय दे विच गुजर जाता है तो उन्हां दे उत्ते की हालात गुजरदे, पर उन्हां नूं भी सैटलमेंट होण दे लई बहुत समा लगता है। पौलुस ने इस सब परिस्थितियों के विचों देखते फिर भी वह भजदा रहा और रुकिया नहीं। संसार दे विच बहुत सारियां बाधावां उसके जीवन दे विच दौड़ दे रास्ते दे विच आईयां,
ਜਦੋਂ ਅਸੀਂ ਮਸੀਹੀ ਜੀਵਨ ਦੀ ਦੌੜ ਵਿੱਚ ਦੌੜਦੇ ਹਾਂ, ਬਹੁਤ ਸਾਰੀਆਂ ਰੁਕਾਵਟਾਂ ਸਾਡੇ ਵਿੱਚ ਆਉਂਦੀਆਂ ਨੇ। ਬਹੁਤ ਸਾਡੇ ਸੱਜਣ ਮਿੱਤਰ ਦੋਸਤ ਜੋ ਇਸ ਸੰਸਾਰ ਦੇ ਵਿੱਚ ਹੈ, ਜੋ ਪ੍ਰਭੂ ਨੂੰ ਨਹੀਂ ਜਾਣਦੇ, ਉਹ ਸਾਡੇ ਜੀਵਨ ਦੇ ਵਿੱਚ ਬਾਧਾ ਬਣ ਜਾਂਦੇ ਔਰ ਅਸੀਂ ਸੋਚਦੇ ਹਾਂ ਮੇਰੇ ਨਾਲ ਇਹ ਕਿਉਂ ਹੋਇਆ। ਮੇਰੇ ਮਾਤਾ ਪਿਤਾ ਜੋ ਜੀਵਿਤ ਹੈ, ਉਹ ਆਪਣਾ ਸੰਸਾਰ ਦੀਆਂ ਇਸ਼ਰਤਾਂ ਨੂੰ ਪ੍ਰਾਪਤ ਕਰਨ ਦੇ ਲਈ, ਮੇਰੀ ਚਾਹਤ ਤੋਂ ਰੱਖਣ ਦੇ ਲਈ ਜਦੋਂ ਮੈਨੂੰ ਛੱਡ ਦਿੰਦੇ ਹੈ ਤਾਂ ਮੇਰੇ ਜੀਵਨ ਦੇ ਵਿੱਚ ਕੀ ਬੀਤਦੀ ਹੈ ਜਾਣਦੇ ਆ। ਪਰ ਮੇਰੇ ਕੋਲ ਇੱਕ ਨਿਸ਼ਾਨਾ ਦਿੱਤਾ ਹੈ ਮੇਰੇ ਪਿਆਰੇ ਭਾਈ ਅਤੇ ਭੈਣ। ਉਹ ਨਿਸ਼ਾਨਾ ਕੀ ਹੈ? ਮੈਂ ਮਸੀਹ ਦੇ ਨਾਲ ਬਦਲਾਂ ਤੇ ਉਠਾ ਲਿਆ ਜਾਵਾਂਗਾ ਅਤੇ ਮੈਂ ਸਦਾ ਸਦਾ ਲਈ ਉਸ ਦੇ ਨਾਲ ਰਾਜ ਕਰਾਂਗਾ। ਇਹ ਪ੍ਰਭੂ ਨੇ ਮੇਰੇ ਨਾਲ ਵਾਅਦਾ ਕੀਤਾ। ਪੌਲਸ ਉਸ ਵਾਅਦੇ ਨੂੰ ਯਾਦ ਰੱਖਦਾ, ਕਹਿੰਦਾ ਤੁਹਾਡਾ ਮਨ ਵਿਆਕੁਲ ਨਾ ਹੋਵੇ। ਜੇ ਤੁਸੀਂ ਪਰਮੇਸ਼ਰ ਤੇ ਭਰੋਸਾ ਰੱਖਦੇ ਹੋ ਤਾਂ ਮੇਰੇ ਉੱਤੇ ਵੀ ਰੱਖੋ। ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਸਾਰੇ ਘਰ ਹੈ। ਵੇਖੋ ਮੈਂ ਤੁਹਾਡੇ ਲਈ ਉਹ ਜਗ੍ਹਾ ਤਿਆਰ ਕਰਨ ਜਾਂਦਾ। ਪੌਲਸ ਇਸ ਨਿਸ਼ਾਨੇ ਨੂੰ ਸਮਝ ਚੁੱਕਾ ਸੀ ਕਿ ਇਹ ਦੁਨੀਆ ਮੇਰਾ ਘਰ ਨਹੀਂ, ਮੇਰਾ ਘਰ ਉਹ ਹੈ ਜਿੱਥੇ ਮਸੀਹ ਯਿਸੂ ਨੇ ਮੈਨੂੰ ਸਦਾ ਸਦਾ ਦੇ ਲਈ ਬੁਲਾਇਆ ਹੈ, ਸੱਦਿਆ ਹੈ। ਅਸੀਂ ਉਸ ਨੂੰ ਨਹੀਂ ਛੱਡ ਸਕਦੇ, ਚਾਹੇ ਹਾਲਾਤ ਕਿਹੋ ਜਿਹੇ ਵੀ ਹੋਣ, ਚਾਹੇ परिस्थितियां ਕਿਹੋ ਜਿਹੀ ਵੀ, ਕਿੰਨੀ ਵੀ ਮਹਾਮਾਰੀ ਆ ਜਾਏ, ਕਿੰਨੀ, ਮੈਂ ਸਮਝਦਾ ਇਸ ਤੋਂ ਵੀ ਭਿਆਨਕ ਮਹਾਮਾਰੀ ਆਉਣੀ ਹੈ। ਬਾਈਬਲ ਦੇ ਵਿੱਚ ਜਦੋਂ ਪ੍ਰਕਾਸ਼ ਦੀ ਪੋਥੀ ਪੜ੍ਹੀਏ ਤਾਂ ਉਸ ਦੇ ਵਿੱਚ ਇਹ ਸਪਸ਼ਟ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਗੱਲ ਨੂੰ ਦੇਖ ਕੇ ਪਰਮੇਸ਼ਰ ਨੂੰ ਕੋਸਣਗੇ, ਪਰਮੇਸ਼ਰ ਦੇ ਉੱਤੇ ਦੋਸ਼ ਲਾਉਣਗੇ, ਕਿਉਂਕਿ ਜਦੋਂ ਮੈਂ 13 ਅਧਿਆਏ ਪੜ੍ਹਦਾ, ਜਦੋਂ ਉੱਪਰੋਂ ਆਕਾਸ਼ ਤੋਂ ਮਣ ਦੇ ਔਲੇ ਗਿਰਨਗੇ ਤਾਂ ਲਿਖਿਆ ਹੈ ਕਿ ਲੋਕ ਪਰਮੇਸ਼ਰ ਦੀ ਨਿੰਦਾ ਕਰਨਗੇ। ਅੱਜ ਬਹੁਤ ਸਾਰੇ ਲੋਕ ਇਸ ਤਰ੍ਹਾਂ, ਜਦੋਂ ਅਸੀਂ ਹਸਪਤਾਲਾਂ ਦੇ ਵਿੱਚ ਜਾਈਏ ਜਾਂ ਰਾਸਤੇ ਦੇ ਵਿੱਚ ਕਿਸੇ ਹੈਪਨਸ ਨੂੰ ਦੇਖੀਏ ਜਾਂ ਜ਼ਿੰਦਗੀ ਦੇ ਵਿੱਚ ਕਿਸੇ ਹੈਪਨ ਨੂੰ ਦੇਖੀਏ ਤਾਂ ਲੋਕ ਕੀ ਕਹਿੰਦੇ ਆ ਪਰਮੇਸ਼ਰ ਨੇ ਕੀ ਕਰ ਦਿੱਤਾ। ਮੇਰੇ ਪਿਆਰੇ ਅਜ਼ੀਜ਼, ਜੋ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖਦੇ ਆ ਉਹ ਉਸ ਨਿਸ਼ਾਨੇ ਵੱਲ ਜਾਣ, ਕਿਉਂਕਿ ਇਹ ਦੁਨੀਆ ਮੇਰਾ ਘਰ ਨਹੀਂ। ਅਸੀਂ ਇੱਕ ਸਰਾਂ ਦੇ ਵਿੱਚ ਆ, ਅਸੀਂ ਉਸ ਨਿਸ਼ਾਨੇ ਵੱਲ ਜਾਣਾ ਹੈ ਜਿਸ ਨਿਸ਼ਾਨੇ ਦੇ ਲਈ ਮੇਰੇ ਪਰਮੇਸ਼ਰ ਨੇ ਮੈਨੂੰ ਸੱਦਿਆ। ਉਸ ਦੇ ਵਿੱਚ ਜੋ ਜ਼ਿੰਮੇਦਾਰੀ ਮੈਨੂੰ ਦਿੱਤੀ ਹੈ ਦੌੜ ਦੇ ਲਈ, ਚਾਹੇ ਮੈਂ ਪ੍ਰਚਾਰਕ ਹਾਂ, ਚਾਹੇ ਅਸੀਂ ਆਮ ਵਿਸ਼ਵਾਸੀ ਹਾਂ, ਜਾਂ ਵਿਸ਼ਵਾਸੀ ਹੋ ਕੇ ਭਲਾਈ ਕਰਨੀ ਹੈ ਜਾਂ ਦੂਸਰਿਆਂ ਦੇ ਵਿੱਚ ਪ੍ਰਚਾਰ ਕਰਨਾ, ਇਹ ਅਸੀਂ ਆਪਣੇ ਜੀਵਨ ਦੇ ਵਿੱਚ ਉਦੋਂ ਤੱਕ ਕਰਦੇ ਰਹਿਣਾ ਹੈ ਜਦ ਤੱਕ ਮੇਰਾ ਪ੍ਰਭੂ ਮੈਨੂੰ ਲੈਣ ਦੇ ਲਈ ਨਹੀਂ। ਪੌਲਸ ਇਹੀ ਕਰ ਰਿਹਾ, ਕਹਿੰਦਾ ਮੈਂ ਆਪਣੀ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਰਖਵਾਲੀ ਕੀਤੀ ਹੈ। ਭਵਿੱਖ ਦੇ ਵਿੱਚ ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ, ਰਿਵਾਰਡ। ਜਦੋਂ ਅਸੀਂ ਇਸ ਦੌੜ ਦੇ ਵਿੱਚ ਦੌੜਦੇ ਹੋਏ ਜਾਵਾਂਗੇ, ਮੇਰੇ ਲਈ ਕੋਈ ਵਾਅਦਾ ਨਹੀਂ ਹੋਣੀ ਚਾਹੀਦੀ ਹੈ, ਮੇਰੇ ਲਈ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਚਾਹੇ ਮੈਂ ਬਿਮਾਰ ਹਾਂ, ਚਾਹੇ ਮੈਂ ਗਿਰਦਾ ਹਾਂ, ਪਰ ਮੇਰੇ ਲਈ ਜੀਵਿਤ ਰਹਿਣਾ ਮਸੀਹ ਹੈ, ਮਰਨਾ ਲਾਭ ਹੈ। ਪੌਲਸ ਇਸੇ ਫਿਲਿੱਪੀਆਂ ਦੀ ਪੁਸਤਕ ਦੇ ਵਿੱਚ ਆਪਣੇ ਉਸ ਟਾਰਗੇਟ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਇੱਕ ਦ੍ਰਿੜ ਇੱਛਾ ਨੂੰ ਪੂਰਾ ਕਰਦਾ ਹੈ। ਉਹ ਦ੍ਰਿੜ ਇੱਛਾ ਮੇਰੇ ਅਤੇ ਆਪ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਪਰਮੇਸ਼ਰ ਦੇ ਉਸ ਦੌੜ ਦੇ ਵਿੱਚ ਦੌੜਦੇ ਹੋਏ, ਜਿਹੜੀ ਉਸਨੇ ਮੈਨੂੰ ਦਿੱਤੀ ਹੈ, ਆਪ ਨੂੰ ਦਿੱਤੀ ਹੈ, ਅਸੀਂ ਉਸ ਦੌੜ ਦੇ ਵਿੱਚ ਦੌੜਦੇ ਹੋਏ ਅਸੀਂ ਉੱਪਰਲੇ ਸੱਦੇ ਦਾ ਇਨਾਮ ਪ੍ਰਾਪਤ ਕਰੀਏ ਜੋ ਪ੍ਰਭੂ ਨੇ ਮੇਰੇ ਅਤੇ ਆਪ ਦੇ ਲਈ ਰੱਖਿਆ ਹੈ। ਅਸੀਂ ਉਸ ਤੋਂ ਖੁੰਝ ਨਾ ਜਾਈਏ। ਕਈ ਵਾਰ ਅਸੀਂ ਸੋਚਦੇ ਹਾਂ ਮੇਰਾ ਪਿਆਰਾ ਅਜ਼ੀਜ਼ ਚਲਾ ਗਿਆ। ਜੇ ਵਿਸ਼ਵਾਸੀ ਹੈ ਤਾਂ ਸਾਡੇ ਜੀਵਨ 'ਚ ਇਹ ਸੋਚ ਨਹੀਂ। ਮੈਂ ਕਹਿੰਦਾ ਚੰਗਾ ਹੈ ਕਿ ਪਰਮੇਸ਼ਰ ਨੇ ਉਸ ਦੀ ਆਪਣੀ ਪੂਰੀ ਯਾਤਰਾ ਨੂੰ ਜਿੰਨਾ ਉਸ ਦੇ ਜੀਵਨ 'ਚ ਪ੍ਰਯੋਜਨ ਸੀ ਇਸਤੇਮਾਲ ਕੀਤਾ, ਉਸ ਨੂੰ ਆਪਣੇ ਕੋਲ ਸਾਂਭਿਆ। ਪਹਿਲੀ ਗੱਲ ਵਿਸ਼ਵਾਸ ਤੇ ਸਥਿਰ ਰਹਿਣਾ, ਦੂਸਰੀ ਗੱਲ ਸੰਗਤ ਵਿੱਚ ਬਣੇ ਰਹਿਣਾ, ਤੀਸਰੀ ਗੱਲ ਉਸ ਉੱਪਰਲੇ ਸੱਦੇ ਨੂੰ ਦੇਖਦੇ ਹੋਏ ਭੱਜਣਾ ਹੈ, ਦੌੜਨਾ ਹੈ, ਰੁਕਣਾ ਨਹੀਂ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਮੇਰਾ ਪਰਮੇਸ਼ਰ ਜਦੋਂ ਸਾਨੂੰ ਇਸ ਤਰ੍ਹਾਂ ਕਰਦਾ ਵੇਖੇਗਾ ਤਾਂ ਉਹ ਲਿਖਿਆ ਹੈ ਸਭਾ ਦੇ ਵਿੱਚ
ਆਪਣੀ ਸਭਾ ਦੇ ਵਿੱਚ ਮੈਨੂੰ ਅਤੇ ਆਪ ਨੂੰ ਸਰਾਹੇਗਾ ਅਤੇ ਉਹ ਕੀ ਕਹੇਗਾ, ਜੋ ਅਸੀਂ ਮਤੀ ਦੀ ਅੰਜੀਲ 25 ਦੇ ਵਿੱਚ ਪੜ੍ਹਦੇ, ਐ ਮੇਰੇ ਵਿਸ਼ਵਾਸਯੋਗ ਵਿਸ਼ਵਾਸੀ, ਆਹ ਸਵਰਗ ਦਾ ਰਾਜ ਮੇਰਾ ਹੈ। ਕਿੰਨਾ ਫਕਰ ਹੁੰਦਾ ਹੈ, ਕਿੰਨਾ ਮਾਣ ਹੁੰਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਕਰਦੇ। ਮੈਂ ਸਮਝਦਾ ਹਾਂ ਅਬਰਾਹਮ ਨੇ ਜਦੋਂ ਉਸ ਦੌੜ ਦੇ ਵਿੱਚ ਚੱਲਦੇ ਹੋਏ ਪਰਮੇਸ਼ਰ ਨੇ ਕਿਹਾ ਆਪਣਾ ਪੁੱਤਰ ਮੈਨੂੰ ਦੇ ਦੇ, ਜਿਸ ਨੂੰ ਤੂੰ ਜ਼ਿਆਦਾ ਪਿਆਰ ਕਰਦਾ ਹੈ, ਉਸਨੇ ਜਦੋਂ ਦੇ ਦਿੱਤਾ ਤਾਂ ਪਰਮੇਸ਼ਵਰ ਨੇ ਉਹਨੂੰ ਆਪਣੀ ਆਸ਼ੀਸ਼ ਦੇ ਨਾਲ ਭਰ ਦਿੱਤਾ। ਉਸ ਦੇ ਜੀਵਨ ਦੇ ਵਿੱਚ ਹਰ ਇੱਕ ਪ੍ਰਬੰਧ ਪਰਮੇਸ਼ਵਰ ਨੇ ਕਰ ਦਿੱਤਾ। ਕਿੰਨਾ ਅਦਭੁਤ ਹੈ। ਇਸ ਲਈ ਮੇਰੇ ਪਿਆਰੇ ਅਸੀਸ, ਪੌਲਸ ਨੇ ਕਿਹਾ ਨਿਸ਼ਾਨੇ ਵੱਲ ਦੱਬੀ ਭੱਜਾ ਜਾ। ਇਸ ਦੇ ਵਿੱਚ ਹੋਰ ਕੁਝ ਨਹੀਂ ਆਉਣਾ ਚਾਹੀਦਾ। ਮੈਂ ਨਿਸ਼ਾਨੇ ਵੱਲ ਦੱਬੀ ਜਾਂਦਾ, ਉਹ ਨਿਸ਼ਾਨਾ ਜੋ ਪ੍ਰਭੂ ਨੇ ਮੈਨੂੰ ਦਿੱਤਾ। ਕੀ ਦਿੱਤਾ ਹੈ? ਜਾਓ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਕੋਈ ਹੋਰ ਨਿਸ਼ਾਨਾ ਨਹੀਂ ਹੈ। ਮੈਂ ਬਚ ਗਿਆ, ਦੂਸਰਿਆਂ ਨੂੰ ਵੀ ਬਚਾਓ। ਇਸ ਤੋਂ ਇਲਾਵਾ ਹੋਰ ਕੋਈ ਨਿਸ਼ਾਨਾ ਨਹੀਂ। ਉਸ ਨਿਸ਼ਾਨੇ ਦੇ ਵਿੱਚ ਸੰਗਤੀ ਕਰਦੇ ਹੋਏ ਅੱਪਰਲੇ ਸੱਦੇ ਦੇ ਇਨਾਮ ਵਿੱਚ ਅਸੀਂ ਭਜਦੇ ਜਾਈਏ, ਤਾਂ ਕਿ ਅਸੀਂ ਪਰਮੇਸ਼ਵਰ ਦੇ ਕੋਲ ਹਮੇਸ਼ਾ ਹਮੇਸ਼ਾ ਦੇ ਨਾਲ ਰਹਿ ਕੇ ਉਸ ਦੇ ਕੋਲੋਂ ਇੱਕ ਸਦੀਪਕ ਧਾਰਮਿਕਤਾ ਦਾ ਮੁਕਟ ਹਾਸਲ ਕਰ ਸਕੀਏ। ਪਰਮੇਸ਼ਵਰ ਇਸ ਤਰ੍ਹਾਂ ਕਰਨ ਦੇ ਲਈ ਮੇਰੀ ਅਤੇ ਆਪ ਦੀ ਜੈ ਮਸੀਹ।